बहुत बहुत स्वागत है पंजाब ਦੀਆਂ प्रमुख सियासी ਤੇ ਸਮਾਜਿਕ ਖਬਰਾਂ ਦੇ ਸਾਡੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਨੇ ਅੱਜ ਰਾਜਪਾਲ ਦੇ ਨਾਲ ਇਸੇ ਸਿਲਸਿਲੇ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਰਾਜਪਾਲ ਨੂੰ ਸੌਂਪਿਆ ਹੈ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ 16 ਤਰੀਕ ਨੂੰ ਉਹ ਸਹੁੰ ਚੁੱਕਣਗੇ। पंजाब के राजपाल साहब मिल के समर्थन पत्र जिहड़ा 91 विधायकों का वो असीं सौंपिया ते उन्होंने खिड़े मत्थे इहनूं प्रवान किया ते 16 मार्च नूं 12:30 बजे सौ चुक समागम होगा। 16 मार्च नूं 12:30 बजे ते पंजाब दे सारे लोगों नूं साडे वल्लों सद्दा पत्तर है। कल्ले कल्ले पंजाबी ने सौं चुकनी है उस दिन। पंजाब का दोबारा पंजाब बनाने की सौं चुकनी है। अपना सब कुछ पंजाब की तरक्की लई निशावर करन दी सौं चुकांगे। पंजाब कांग्रेस की विधान सभा चोणां दे विच होई हार तो बाद लगातार आगू एक दूजे ते निशाने कस रहे ने। लगातार हार दे लई एक दूजे नूं जिम्मेवार दस्सिया जा रहा है अते हुण आगू एक दूजे उपर ही इस हार नूं लैके इल्जाम लगाउण लग पए ने। गल करदे हां साडे सीनियर पत्रकार सुरिंदर डल्ला दे नाल। कांग्रेस दे विच ये जो नवा ट्रेंड चल रहा है एक दूजे ते इल्जाम लगाउण दा, इस बारे गल करदे हां। डल्ला साहब किवें देखदे हो कांग्रेस दे वड्डे आगू एक दूजे ते सियासी इल्जाम लगा रहे ने, किते ना किते हार नूं लैके भी एक दूजे ते सियासी घिराव करदे होए नज़र आ रहे ने, किवें देखदे हो? देखो कांग्रेस दे विच नवीं तरह की तरथली पै गई ਜਾਂ ਪੰਜਾਬੀ ਚ ਕਹਿੰਦੇ ਆ ਸਿਆਸੀ ਕਾਂਬਾ ਜਾ ਛਿੜ ਗਿਆ। ਹਾਲਾਂਕਿ ਗਰਮੀਆਂ ਸ਼ੁਰੂ ਹੋ ਗਈਆਂ ਪਰ ਸਿਆਸੀ ਠੰਡ ਪੈ ਗਈ, ਸਿਆਸੀ ਕਾਂਬਾ ਛਿੜ ਗਿਆ ਕਾਂਗਰਸੀਆਂ ਦੇ ਵਿੱਚ। ਔਰ ਮੈਂ ਦੇਖਦਾ ਕਾਂਗਰਸ ਦਾ ਹਰ ਮੰਤਰੀ ਹਰ ਰੋਜ਼ ਕੋਈ ਟਵੀਟ ਕਰ ਰਿਹਾ ਹੈ, ਕੋਈ ਬਿਆਨ ਦੇ ਰਿਹਾ। ਅਸਲ 'ਚ ਕਾਂਗਰਸ ਕੋਲੋਂ ਆਪਣੀ ਹਾਰ ਪਚਾਈ ਜੀ ਨਹੀਂ ਜਾ ਰਹੀ, ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਸੀ ਨਾ, ਉਹ ਰੋਜ਼ ਸਵੇਰੇ ਉੱਠ ਕੇ ਜਿਹੜੀ ਇੱਕ ਲੌਬੀ ਬਣ ਗਈ ਸੀ ਕਾਂਗਰਸ 'ਚ, ਉਹ ਰੋਜ਼ ਸਵੇਰੇ ਉੱਠ ਕੇ ਹਾਈ ਕਮਾਂਡ ਨੂੰ ਸੁਨੇਹਾ ਭੇਜਦੀ ਸੀ ਵੀ ਜੇ ਦੁਬਾਰਾ ਸਰਕਾਰ ਬਣਾਉਣੀ ਹੈ ਤੇ ਚੰਨੀ ਸਾਹਿਬ ਨੂੰ ਸੀਐਮ ਫੇਸ ਅਨਾਊਂਸ ਕਰ ਦਿਓ। ਬੜੀ ਲੌਬਿੰਗ ਹੋਈ ਜੀ। ਚਰਨਜੀਤ ਚੰਨੀ ਸਾਹਿਬ ਦੀ ਇੱਕ ਗਰੁੱਪ ਬਣ ਗਿਆ ਸੀ ਕਾਂਗਰਸ 'ਚ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ ਸਾਨੂੰ ਚੰਨੀ ਹੋਈ ਚਾਹੀਦਾ ਜੀ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਇੱਕ ਘੇਰਾ ਜਿਹਾ ਪਾ ਲਿਆ ਸੀ ਜੀ। ਤੇ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਹੀ ਸੀਐਮ ਦਾ ਫੇਸ ਬਣਾਤਾ। ਤੇ ਉਸ ਤੋਂ ਪਹਿਲਾਂ ਚੰਨੀ ਸਾਹਿਬ ਦੇ ਰਿਸ਼ਤੇਦਾਰ ਦੇ ਛਾਪੇ ਵੀ ਪਏ ਤੇ ਆਪਾਂ ਦੇਖਿਆ ਕਿਵੇਂ ਨੋਟ ਇੰਨੇ ਤਾਂ ਮੈਂ ਜ਼ਿੰਦਗੀ 'ਚ ਸੋਚ ਹੀ ਨਹੀਂ ਸਕਦਾ। ਮੈਂ ਤਾਂ ਇੰਨੇ ਨੋਟ ਪਹਿਲੀ ਵਾਰ ਦੇਖੇ ਕਦੀ ਇੱਕ ਥਾਂ ਤੇ ਪਏ ਜਿਹੜੇ ਉਹ ਦਿਖਾਏ ਈਡੀ ਵਾਲਿਆਂ ਨੇ। ਹੁਣ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕਾਂਗਰਸ ਦੇ ਬਹੁਤੇ ਲੀਡਰਾਂ ਨੂੰ ਇਹ ਸੀ ਵੀ ਜਦ ਤੱਕ ਚਰਨਜੀਤ ਚੰਨੀ ਹੈ ਅਸੀਂ ਹਾਰ ਨਹੀਂ ਸਕਦੇ। ਹੁਣ ਇਹ ਭਰੋਸਾ ਜਦੋਂ ਟੁੱਟਿਆ ਤੇ ਹੁਣ ਕਈਆਂ ਨੂੰ ਤਾਂ ਮੈਨੂੰ ਪਤਾ ਲੱਗਿਆ ਕਹਿੰਦੇ ਹਾਰ ਤੋਂ ਬਾਅਦ ਕਈ ਤਾਂ ਇੱਕ ਇੱਕ ਦੋ ਦਿਨ ਉੱਠੇ ਹੀ ਨਹੀਂ ਘਰੋਂ, ਕਿਸੇ ਨੂੰ ਮਿਲੇ ਹੀ ਨਹੀਂ ਜੀ। ਹੁਣ ਕਈ ਬੜੇ ਚਿੰਤਾ 'ਚ ਪੈ ਗਏ। ਹਾਲਾਂਕਿ ਨਵਜੋਤ ਸਿੰਘ ਸਿੱਧੂ ਬਾਰੇ ਪਤਾ ਲੱਗਿਆ ਉਹ 3 ਦਿਨਾਂ ਤੋਂ ਹਲਕੇ 'ਚ ਹੀ ਘੁੰਮ ਰਹੇ ਨੇ, ਲੋਕਾਂ ਦਾ ਧੰਨਵਾਦ ਕਰ ਰਹੇ ਨੇ। ਹਾਲਾਂਕਿ ਹੁਣ ਤਾਂ ਦੂਜੇ ਵਿਧਾਇਕ ਵੀ ਮਿਲਣ ਲੱਗ ਗਏ, ਕਈਆਂ ਨੂੰ ਲੋਕ ਘਰੇ ਮਿਲਣ ਆ ਰਹੇ ਨੇ, ਗਲਾਂ 'ਚ ਹਾਰ ਪਾ ਜਾਂਦੇ ਆ ਵੀ ਤੁਸੀਂ ਯੋਧੇ ਕਾਂਗਰਸੀਆਂ, ਤੁਸੀਂ ਜਿੱਤ ਗਏ, ਆਪ ਦੀ ਹਨੇਰੀ 'ਚ ਜਿੱਤ ਗਏ। ਹੁਣ ਇਸ ਕਰਕੇ ਹੌਲੀ ਹੌਲੀ ਜਦੋਂ ਅਸਮਾਨ ਸਾਫ਼ ਹੋ ਰਿਹਾ ਤੇ ਕਈ ਵਿਧਾਇਕ ਸਾਬਕਾ, ਕਈ ਕਾਂਗਰਸੀ ਲੀਡਰ, ਮੈਂ ਕੱਲ੍ਹ ਸੁਰਜੀਤ ਧਮਾਨ ਉਹਨਾਂ ਦਾ ਬਿਆਨ ਸੁਣ ਰਿਹਾ ਸੀ, ਉਹਨਾਂ ਨੇ ਤਾਂ ਕਾਂਗਰਸ ਦੇ ਇੱਕ ਵੱਡੇ ਲੀਡਰ ਤੇ ਇਲਜ਼ਾਮ ਹੀ ਲਾਤੇ ਵੀ ਟਿਕਟਾਂ ਹੀ ਵੇਚਤੀਆਂ। ਇਸ ਤੋਂ ਪਹਿਲਾਂ ਇੱਕ ਵਾਰੀ ਟਵੀਟ ਕੀਤਾ ਸੀ ਡਿੰਪਾ ਜੀ ਨੇ, ਸ਼ਮਸ਼ੇਰ ਦੂਲੋਂ ਉਹਨਾਂ ਨੇ ਇੱਕ ਵਾਰੀ ਇਲਜ਼ਾਮ ਲਾਇਆ ਸੀ। ਹੁਣ ਸੱਚਮੁੱਚ ਜੇ ਕਾਂਗਰਸ 'ਚ ਟਿਕਟਾਂ ਵਿਕੀਆਂ ਤਾਂ ਇਹਦੇ ਨਾਲੋਂ ਜ਼ਿਆਦਾ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ। ਇਹਦਾ ਮਤਲਬ ਹੈ ਕਿ ਲੋਕਤੰਤਰ ਨੂੰ ਖਿਡਾਉਣਾ ਸਮਝ ਰਹੇ ਸੀ ਕੁਝ ਲੀਡਰ ਵੀ ਟਿਕਟਾਂ ਵੇਚਤੀਆਂ। ਇਹ ਬਹੁਤ ਸ਼ਰਮਨਾਕ ਕਾਰਾ ਸੀ। ਔਰ ਇਸੇ ਕਰਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਦੀਆਂ ਰਿਕਮੈਂਡ ਕੀਤੀਆਂ ਟਿਕਟਾਂ ਮਨਜ਼ੂਰ ਨਹੀਂ ਹੋਈਆਂ।
ਨਵਜੋਤ ਸਿੰਘ ਸਿੱਧੂ ਨੂੰ ਇੱਕ ਲੌਬੀ ਕਾਂਗਰਸ ਜਿਹੜੀ ਬਣੀ ਸੀ ਉਹਨੇ ਇੱਕ ਪਾਸੇ ਜੇ ਲਾਤਾ ਸੀ। ਇਹ ਤਾਂ ਜਗ ਜ਼ਾਹਰ ਹੈ। ਹੁਣ ਕਿਸੇ ਨੇ ਮੇਰੀ ਗੱਲ ਸੁਣ ਕੇ ਖਬਰ ਵੀ ਲਾ ਲੈਣੀ, ਦੇਖਿਓ ਇਹ ਤਾਂ ਜਗ ਜ਼ਾਹਰ ਗੱਲਾਂ ਨੇ ਭਾਈ। ਸੋ ਇਸ ਕਰਕੇ ਹੁਣ ਹਾਰ ਦਾ ਖਮਿਆਜਾ ਦੇਣਾ ਪੈਣਾ। ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਇਸ ਹਾਰ ਲਈ ਅਸੀਂ ਕਿਹਨੂੰ ਜ਼ਿੰਮੇਦਾਰ ਠਹਿਰਾਈਏ। ਹੁਣ ਜਿੰਨੇ ਮੰਤਰੀ ਨੇ ਜਿਹੜੇ ਕਹਿੰਦੇ ਸੀ ਕਿ ਚੰਨੀ ਸਾਹਿਬ ਦੀ ਅਗਵਾਈ 'ਚ ਅਸੀਂ ਜਿੱਤਾਂਗੇ, ਰਾਜਾ ਵੜਿੰਗ ਵੀ ਕਹਿੰਦੇ ਸੀ ਵੀ ਚਰਨਜੀਤ ਚੰਨੀ ਮੁੱਖ ਮੰਤਰੀ ਹੋਣ 'ਤੇ ਅਸੀਂ ਜਿੱਤ ਜਾਵਾਂਗੇ, ਪ੍ਰਗਟ ਸਿੰਘ ਵੀ ਕਹਿੰਦੇ ਸੀ, ਹਾਲਾਂਕਿ ਇਹ ਦੋਨੋਂ ਜਿੱਤ ਗਏ, ਪ੍ਰਗਟ ਸਿੰਘ ਤੇ ਰਾਜਾ ਵੜਿੰਗ, ਪਰ ਬਹੁਤ ਸਾਰੇ ਹਾਰ ਗਏ। ਹੁਣ ਉਹ ਚਰਨਜੀਤ ਚੰਨੀ ਹੋਣਾ 'ਤੇ ਦੋਸ਼ ਦੇ ਨਹੀਂ ਸਕਦੇ ਵੀ ਭਾਈ ਤੁਹਾਡੇ ਕਰਕੇ ਤੁਸੀਂ ਅਗਵਾਈ ਸੀ, ਤੁਸੀਂ ਫੇਸ ਸੀ ਮੁੱਖ ਮੰਤਰੀ ਦਾ। ਦੇਖੋ ਹਾਰ ਜਿੱਤ ਉਹਦੀ ਹੁੰਦੀ ਹੈ ਨਾ। ਅਗਰ ਆਮ ਆਦਮੀ ਪਾਰਟੀ ਜਿੱਤੀ ਹੈ ਤਾਂ ਭਗਵੰਤ ਮਾਨ ਦੀ ਜਿੱਤ ਹੈ। ਅਗਰ ਲੋਕ ਕਿਹੜੀ ਸੀ ਪੰਜਾਬ ਲੋਕ ਕਾਂਗਰਸ ਹਾਰੀ ਹੈ ਤੇ ਕੈਪਟਨ ਦੀ ਹਾਰ ਹੈ। ਅਗਰ ਅਕਾਲੀ ਦਲ ਹਾਰਿਆ ਤੇ ਸੁਖਬੀਰ ਬਾਦਲ ਦੀ ਹਾਰ ਹੈ। ਅਗਰ ਕਾਂਗਰਸ ਹਾਰੀ ਹੈ ਤੇ ਚਰਨਜੀਤ ਚੰਨੀ ਦੀ ਹਾਰ ਹੈ, ਕਿਉਂਕਿ ਉਹ ਸੀਐਮ ਦਾ ਚਿਹਰਾ ਸੀ, ਉਧਰ ਸੁਖਬੀਰ ਸੀਐਮ ਦਾ ਚਿਹਰਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਅਹਿਮ ਬਿਆਨ ਸਾਹਮਣੇ ਆਇਆ। ਇਸ ਬਿਆਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਉੱਪਰ ਚਿੰਤਾ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸਿੱਖਾਂ ਦੇ ਲਈ ਨੁਕਸਾਨਦਾਇਕ ਹੈ। ਇਸ ਮੌਕੇ ਉਹਨਾਂ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਅਹਿਮ ਵਿਚਾਰ ਰੱਖੇ ਨੇ। ਲਗਾਤਾਰ ਹੀ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਸੁਹਿਰਦ ਸਿੱਖ ਸਿਧਾਂਤ, ਸਿੱਖ ਫਲਸਫੇ ਔਰ ਖਾਸ ਤੌਰ ਤੇ ਸਿੱਖ ਰਾਜਨੀਤੀ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਔਰ ਸਮਝ ਰੱਖਣ ਵਾਲੇ ਸਿੱਖਾਂ ਦੇ ਫੋਨ, ਈਮੇਲਸ ਆ ਰਹੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸਾਰੇ ਜਿਹੜੇ ਸਿੱਖ ਨੇ ਬੜੇ ਚਿੰਤਤ ਨੇ। ਖੁਸ਼ੀ ਵਾਲੀ ਗੱਲ ਹੈ ਕਿ ਉਹ ਸਿੱਖ ਵੀ ਚਿੰਤਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਕੋਈ ਇਤਫਾਕ ਨਹੀਂ ਰੱਖਦੇ। ਇੱਕ ਚੰਗੀ ਗੱਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ। ਇਸ ਲਈ ਸਿੱਖ ਚਿੰਤਤ ਨਜ਼ਰ ਆ ਰਹੇ। ਔਰ ਮੈਂ ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ, ਦੇਸ਼ ਲਈ ਵੀ ਸਹੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ, ਬਣਦਾ ਯੋਗਦਾਨ ਜਿਹੜਾ ਹੈ ਉਹ ਪਾਇਆ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ, ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ, ਉੱਥੇ ਸਾਨੂੰ ਬੈਠ ਕੇ ਇਕੱਠੇ ਹੋ ਕੇ ਤੁਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕੇਵਲ ਰਾਜ ਸੱਤਾ ਪ੍ਰਾਪਤ ਕਰਨ ਲਈ ਨਹੀਂ ਹੋਇਆ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਖਾਲਸੇ ਦੇ ਬੋਲ ਬਾਲੇ, ਖਾਲਸੇ ਦੀ ਚੜ੍ਹਦੀ ਕਲਾ ਲਈ ਹੋਇਆ। ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ। ਅਗਰ ਉਹ ਸੋਚ ਬਰਕਰਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ, ਸ਼੍ਰੋਮਣੀ ਅਕਾਲੀ ਦਲ ਖੜਾ ਹੈ। ਇਸ ਲਈ ਉਸ ਸੋਚ ਨੂੰ ਮੁੜ ਉਭਾਰਨ ਦੀ ਜਿਹੜੇ ਬਹੁਤ ਵੱਡੀ ਜ਼ਰੂਰਤ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਆਪਣੇ ਉਦੇਸ਼ਾਂ ਦੀ, ਟੀਚਿਆਂ ਦੀ ਪੂਰਤੀ ਲਈ ਪੈਦਾ ਹੋਇਆ ਸੀ, ਉਹਨਾਂ ਉਦੇਸ਼ਾਂ ਤੇ ਟੀਚਿਆਂ ਦੀ ਪੂਰਤੀ ਵਾਸਤੇ ਇਸ ਨੂੰ ਮੁੜ ਜਿਹੜਾ ਹੈ ਉਹ ਯਤਨ ਆਰੰਭ ਕਰਨਾ ਚਾਹੀਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰ ਅਤੇ ਜੇਤੂ ਉਮੀਦਵਾਰ ਜੀਵਨਜੀਤ ਕੌਰ ਵੱਲੋਂ ਵੀ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਵੋਟਾਂ ਪਾਉਣ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ। ਲੋਕਾਂ ਦੇ ਵਿੱਚ ਇੰਨੀ ਵੱਡੀ ਖੁਸ਼ੀ ਦੀ ਜਿਹੜੀ ਲਹਿਰ ਹੈ, ਕਿਤੇ ਨਾ ਕਿਤੇ ਇਹ ਸੰਕੇਤ ਦੇ ਰਹੀ ਹੈ ਕਿ ਲੋਕਾਂ ਨੇ ਜਿਹੜੇ ਬਦਲਾਵ ਲਈ ਇਸ ਵਾਰ ਵੋਟ ਕੀਤਾ ਹੈ, ਕਿਉਂਕਿ ਜਿਹੜਾ ਇਸ ਵਾਰ ਦਾ ਇਲੈਕਸ਼ਨ ਸੀਗਾ ਇਹ ਸਿਰਫ ਬਦਲਾਵ ਦਾ ਇਲੈਕਸ਼ਨ ਸੀਗਾ। ਸੋ ਲੋਕਾਂ ਨੂੰ ਉਮੀਦਾਂ ਵੀ ਨੇ ਸਾਡੇ ਤੋਂ, ਔਰ ਇਹ ਸਾਡਾ ਵਾਅਦਾ ਵੀ ਹੈ, ਪਹਿਲਾਂ ਵੀ ਸੀਗਾ, ਇਹ ਕਹਿ ਕੇ ਵੋਟ ਮੰਗਿਆ ਸੀ ਤੇ ਅੱਜ ਜਿੱਤਣ ਤੋਂ ਬਾਅਦ ਵੀ ਸਾਡਾ ਇਹਨਾਂ ਨਾਲ ਵਾਅਦਾ ਹੈ ਕਿ ਇਹਨਾਂ ਦੇ ਜਿਹੜੇ ਚਿਹਰੇ ਦੇ ਉੱਤੇ ਅੱਜ ਮੁਸਕਰਾਹਟਾਂ ਦਿਖ ਰਹੀਆਂ ਨੇ, ਇਹ ਸਾਨੂੰ ਅਸੀਂ ਬਰਕਰਾਰ ਰੱਖਾਂਗੇ। ਬਹੁਤ ਅੱਛਾ फील हो रहा है
क्योंकि कहीं ना कहीं हम शुरू से ये महसूस कर रहे थे कि लेडीज़ को अभी पॉलिटिक्स में उतना रिप्रेजेंटेशन नहीं मिल रहा है जितना मिलना चाहिए है। सो बड़ा अच्छा लग रहा है कि आम आदमी पार्टी ने इस बार 11 महिलाओं को मौका दिया था, और उससे भी ज़्यादा खुशी की बात है कि 11 की 11 जो है वो जीत के आज MLA बन चुकी हैं। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਵੇਂ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤ ਨੂੰ ਦਿਨ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਮੌਜੂਦ ਰਹੀਆਂ। ਨਵੇਂ ਕੈਲੰਡਰ ਦੇ ਵਿੱਚ ਸਾਕਾ ਪੰਜਾ ਸਾਹਿਬ ਨੂੰ ਵੀ ਸ਼ਾਮਿਲ ਕੀਤਾ ਗਿਆ। ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਨਕਸ਼ਾਹੀ ਸੰਮਤ 554 ਜੋ ਤਿਆਰ ਹੋਇਆ ਹੈ ਉਸ ਨੂੰ ਰਿਲੀਜ਼ ਕੀਤਾ ਗਿਆ। ਪਰਸੋਂ ਨਵਾਂ ਸਾਲ ਪ੍ਰਾਰੰਭ ਹੋਣ ਜਾ ਰਿਹਾ ਹੈ 1 ਚੇਤਰ ਨੂੰ, ਜੋ ਖਾਲਸੇ ਦਾ ਸਾਲ ਹੈ, ਸਿੱਖਾਂ ਦਾ ਸਾਲ ਹੈ। ਪਰ ਮੈਂ ਨਵੇਂ ਸਾਲ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ। ਇਸ ਵਾਰ ਇਸ ਕੈਲੰਡਰ ਦੇ ਵਿੱਚ ਸਾਕਾ ਪੰਜਾ ਸਾਹਿਬ ਦਾ ਜਿਹੜਾ ਮੇਨ ਦਿਨ ਹੈ ਉਸ ਨੂੰ ਵੀ ਸ਼ਾਮਲ ਕੀਤਾ ਗਿਆ, ਜਦੋਂ ਪੰਜਾ ਸਾਹਿਬ ਦੇ ਸਥਾਨ ਦੇ ਉੱਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸੀ। ਦੂਸਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੁਰਬ ਗੁਰੂ ਕੇ ਲਾਹੌਰ, ਉਸ ਦਿਨ ਨੂੰ ਵੀ ਸ਼ਾਮਲ ਕੀਤਾ ਗਿਆ। ਤੇ ਤੀਸਰਾ ਜਿਹੜਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ ਸੀ, ਜਿਸ ਰਾਤ ਨੂੰ ਵਸੇਵਾ ਛੱਡਿਆ ਸੀ, ਉਸ ਦਿਨ ਨੂੰ ਵੀ ਇਸ ਵਾਰ ਇਸ ਕੈਲੰਡਰ ਦੇ ਵਿੱਚ ਸ਼ਾਮਲ ਕੀਤਾ ਗਿਆ। ਮੈਂ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ, ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਵੀ ਕਰਨੀ ਚਾਹੁੰਦਾ ਕਿ ਆਪਣੇ ਦਿਨ ਦਿਹਾੜ ਇਸ ਨਾਨਕਸ਼ਾਹੀ ਸੰਮਤ 554 ਦੇ ਮੁਤਾਬਕ ਜਿਹੜੇ ਹੈ ਉਹ ਮਨਾਉਣ ਦਾ ਯਤਨ ਕੀਤਾ ਜਾਵੇ। ਇੱਕ ਵਾਰੀ ਫੇਰ ਮੈਂ ਇਸ ਜਿਹੜਾ ਨਾਨਕਸ਼ਾਹੀ ਸੰਮਤ 554 ਹੈ ਇਸ ਦੀਆਂ ਆਪਣੇ ਸਾਥੀ ਸਿੰਘ ਸਾਹਿਬਾਨ ਵੱਲੋਂ, ਆਪਣੇ ਵੱਲੋਂ ਬਹੁਤ ਬਹੁਤ ਇਸ ਕੈਲੰਡਰ ਨੂੰ ਰਿਲੀਜ਼ ਕਰਨ ਦੀਆਂ ਵਧਾਈਆਂ ਦੇਣਾ। ਇੱਕ ਗੱਲ ਮੈਂ ਖਾਸ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾ ਸਾਹਿਬ ਦਾ ਜਿਹੜਾ ਅਸੀਂ ਦਿਨ ਸ਼ਾਮਲ ਕੀਤਾ ਗਿਆ। ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਜਿੱਥੇ ਇਹ ਘਟਨਾ ਹੋਈ ਸੀ, ਜਿੱਥੇ ਰੇਲ ਗੱਡੀ ਦੇ ਥੱਲੇ ਆ ਕੇ ਸਾਡੇ ਸਿੰਘ ਜਿਹੜੇ ਆ ਉਹ ਸ਼ਹੀਦ ਕੀਤੇ ਸੀ, ਉਸ ਵਕਤ ਦੀ ਹਕੂਮਤ ਨੇ ਇਸ ਵਾਰ ਜਦੋਂ ਮੈਂ ਪਾਕਿਸਤਾਨ ਗਿਆ ਤੇ ਉੱਥੇ ਗਵਰਨਮੈਂਟ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਹੈ ਕਿ ਉਸ ਅਸਥਾਨ ਦੇ ਉੱਤੇ ਇੱਕ ਸਮਾਰਕ ਯਾਦ ਜਿਹੜੀ ਹੈ ਇਹਨਾਂ ਸਿੰਘਾਂ ਦੀ ਸ਼ਹੀਦੀ ਯਾਦ ਜਿਹੜੀ ਹੈ ਉਹਨੂੰ ਜ਼ਰੂਰ ਬਣਾਇਆ ਜਾਵੇ। ਤੇ ਉਹਨਾਂ ਨੇ ਬੜਾ ਹਾਂ ਪੱਖੀ ਜਿਹੜਾ ਉਹ ਹੁੰਗਾਰਾ ਭਰਿਆ ਤੇ ਬਹੁਤ ਜਲਦੀ ਇੱਥੇ ਇੱਕ ਯਾਦਗਾਰ ਜਿਹੜੀ ਹੈ ਪੰਜਾ ਸਾਹਿਬ ਦੇ ਅੰਦਰ ਬਿਲਕੁਲ ਰੇਲਵੇ ਟਰੈਕ ਦੇ ਨਾਲ ਉਹ ਜਿਹੜੀ ਹੈ ਉਹ ਤਿਆਰ ਹੋਊਗੀ। ਮੈਨੂੰ ਇਸ ਗੱਲ ਦੀ ਵੀ ਜਿਹੜੀ ਹੈ ਖੁਸ਼ੀ ਹੈ ਕਿ ਪਾਕਿਸਤਾਨ ਗਵਰਨਮੈਂਟ ਨੇ ਜਿਹੜਾ ਹੈ ਇਸ ਗੱਲ ਨੂੰ ਜਿਹੜਾ ਹੈ ਉਹ ਤਵੱਜੋ ਦਿੱਤੀ ਮੰਨਿਆ। ਤੇ ਇੱਕ ਵਾਰੀ ਫਿਰ ਮੈਂ ਨਾਨਕਸ਼ਾਹੀ ਸੰਮਤ 554 ਦੀਆਂ ਤੇ ਪਰਸੋਂ ਨਵਾਂ ਸਾਲ ਆਰੰਭ ਹੋਣ ਦੀਆਂ ਬਹੁਤ ਸੰਗਤ ਨੂੰ ਵਧਾਈਆਂ ਦਿੰਦਾ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਹਰਿਆਣਾ ਬੀਜੇਪੀ ਦੇ ਪ੍ਰਧਾਨ ਓਪੀ ਧਨਖੜ ਦਾ ਅਹਿਮ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਹੈ ਕਿ ਸੂਬੇ ਦੇ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਸਨ, ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਇਸ ਮੌਕੇ ਉਹਨਾਂ ਕਿਹਾ ਕਿ 4 ਰਾਜਾਂ ਦੇ ਵਿੱਚ ਬੀਜੇਪੀ ਦੀ ਵੱਡੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਦੇ ਆਪਣੇ ਆਗੂਆਂ ਨੇ ਹੀ ਕਾਂਗਰਸ ਨੂੰ ਹਰਾਇਆ ਹੈ। इस आज़ादी के अमृत महोत्सव में ही हमारा युवा मोर्चा अभी 9 मतदाता अभियान चला रहा है और 4 लाख 9 मतदाताओं को भाजपा के सदस्य बनाएगा और उनको चुनाव आयोग में पंजीकृत मतदाता बनाने के काम में भी जुटेगा। इसी आज़ादी के अमृत महोत्सव में 23 मार्च जो भगत सिंह, राजगुरु और सुखदेव तीनों का बलिदान दिवस है, उस दिन पूरे हरियाणा में सभी मंडलों में 307 मंडलों में युवा सम्मेलन, शहीदी दिवस पर युवा सम्मेलन नेशन फर्स्ट मेरा रंग दे बसंती चोला इस थीम के साथ आयोजित करेंगे और प्रदेश के युवाओं को उसमें सहभागी बनाएंगे। युवा मोर्चा हमारा इस कार्यक्रम की अगुवाई करेगा। भारतीय जनता पार्टी अन्य सभी हमारे मोर्चे और प्रकोष्ठ उसमें सहभागी होंगे। भगत सिंह, राजगुरु, सुखदेव की जो बलिदान भूमि है हुसैनी वाला,
जलियांवाला बाग, सरहिंद की दीवार, जो वीर बाल दिवस घोषित किया है प्रधानमंत्री जी ने, फतेह सिंह और जोरावर जिस दीवार में चुने गए थे, खटकड़ कला जहाँ भगत सिंह के पूर्वज रहते थे, लुधियाना जहाँ भगत सिंह ये सुखदेव का घर है, और पूना का खेड़ गांव जो राजगुरु का गांव है, राजगुरु का घर जहाँ पर है, इन सब स्थानों पर भारतीय जनता पार्टी के कुछ कार्यकर्ता, युवा मोर्चा के कुछ कार्यकर्ता जाएंगे और शहीद से जुड़ी हुई, शहीदों से जुड़ी हुई वहाँ की पावन मिट्टी लेकर आएंगे, जो इस कार्यक्रम में सभी स्थानों पर हरियाणा में 307 स्थानों पर लेकर जाएंगे। ਉਧਰ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਰੋਪੜ ਦੀਆਂ ਇਹ ਤਸਵੀਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਸੜਕਾਂ ਤੇ ਜਾ ਰਹੇ ਵਾਹਨਾਂ ਨੂੰ ਰੋਕ ਕੇ ਲੋਕਾਂ ਨੂੰ ਲੱਡੂ ਵੰਡੇ ਜਾ ਰਹੇ ਨੇ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਵੱਡਾ ਬਦਲਾਅ ਲੈ ਕੇ ਆਵੇਗੀ। ਦੇਖੋ, ਲੋਕ ਬਹੁਤ ਦੁਖੀ ਤੇ ਜੀ ਰਵਾਇਤੀ ਪਾਰਟੀਆਂ ਤੋਂ ਬਹੁਤ ਜ਼ਿਆਦਾ ਦੁਖੀ ਹੋਣ ਕਾਰਨ ਹੀ ਇਹ ਐਡੀ ਬੜੀ ਜਿੱਤ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਹੀ ਵਧੀਆ ਇਹ ਸੋਚ ਕੇ ਜਿਤਾਇਆ ਜੀ। ਅੱਛਾ, ਕੀ ਮੰਨਦੇ ਹੋ ਅਕਾਲੀ ਦਲ ਨੂੰ, ਕੀ ਮੰਨਦੇ ਹੋ ਹਾਰ ਦਾ ਕਾਰਨ? ਅਕਾਲੀ ਦਲ ਨੂੰ ਤਾਂ ਸਭ ਤੋਂ ਬੜੀ ਹਾਰ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜੀ, ਜਿਹੜੀ ਨੂੰ ਉਹ ਅੱਜ ਤੱਕ ਮਤਲਬ ਕਰ ਹੀ ਨਹੀਂ ਸਕੇ ਵੀ ਕੌਣ ਕਿਹਨਾਂ ਕਰਵਾਈ ਹੈ। ਉਹਨਾਂ ਦੀ ਸਰਕਾਰ 'ਚ ਹੋਈ ਆ ਤੇ ਉਹ 2 ਸਾਲ ਆਪਣੀ ਸਰਕਾਰ ਦੇ ਹੁੰਦੇ ਹੋਏ ਵੀ ਲੋਕਾਂ ਨੂੰ ਕਿਸੇ ਨੂੰ ਵੀ ਫੜ ਕੇ ਅੰਦਰ ਜਾਂ ਦੱਸ ਨਹੀਂ ਸਕੇ ਵੀ ਕਿਹਨਾਂ ਕਰਿਆ ਕਿਆ ਕਰਿਆ। ਜਿਹੜਾ ਸਾਡਾ ਮੇਨ ਗੁਰੂ ਗ੍ਰੰਥ ਸਾਹਿਬ ਹੀ ਗਲੀਆਂ ਵਿੱਚ ਰੋਲਤਾ ਉਹਨਾਂ ਦੀ ਸਰਕਾਰ ਦੇ ਵਿੱਚ, ਇਸ ਤੋਂ ਉੱਪਰ ਕਿਆ ਹੋ ਸਕਦਾ ਜੀ। ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਔਰ ਹਰਾਉਣਾ ਵੀ ਚਾਹੀਦਾ ਸੀ। ਉਹਨਾਂ ਦਾ ਹਾਰ ਨਾ ਦਾ ਜੀ, ਉਹ ਛੋਟੇ ਜਵਾਕ ਤਾਂ ਲਈ ਫਿਰਦਾ ਸੀ, ਉਹ ਜਿਹੜੇ ਉਹਦੇ ਨਾਲ ਮਾੜਾ ਮੋਟਾ ਕੋਈ ਢੋਲੀ ਢਲਕੀ ਚੱਕਣ ਵਾਲੇ ਇਹ ਜਿਹੇ ਤੇ ਜਿਹੜੇ ਉਹਨਾਂ ਨੂੰ ਲਈ ਫਿਰਦਾ, ਹੋਰ ਕੋਈ ਬੰਦਾ ਕੋਈ ਖਾਸ ਬੰਦਾ ਤਾਂ ਉਹਦੇ ਨਾਲ ਹੈ ਨਹੀਂ। ਤਾਂ ਕੋਈ ਵੀ ਜਿਹੜਾ ਬੰਦਾ ਕੋਈ ਸੂਝ-ਬੂਝ ਵਾਲਾ ਕੋਈ ਬੰਦਾ ਨਹੀਂ ਦਾ ਉਹਦੇ ਨਾਲ। ਉਹ ਤਾਂ ਕਹਿੰਦਾ 911 ਟੋਚਣਾ ਪੱਕਾ ਟੁੱਟਦਾ ਨਹੀਂ ਕਿਤੇ। ਦੇਖਿਆ ਜਾਂ ਤੁਸੀਂ ਮੋਬਾਈਲ ਤੇ ਪਾਇਆ ਵਾ ਦਾ ਦੂਏ ਨਾਲ ਮਹਿੰਦਰਾ ਵਾਲੇ ਨਾਲ ਕਹਿੰਦੇ ਆ ਲਈ ਜਾਂਦੇ ਸੀ 911 ਨੂੰ। ਤੁਸੀਂ ਦੇਖੀ ਹੋਣੀ ਆ ਕੱਲ੍ਹ ਵੀਡੀਓ। ਉਹ ਦੇਖੋ ਜੀ, ਆਪਣੀਆਂ ਕਰਤੂਤਾਂ ਕਰਕੇ ਹਾਰੇ ਆ ਉਹ। ਜਦ ਪੰਜਾਬ ਦੇ ਵਿੱਚ ਉਹਨਾਂ ਨੇ ਡੱਕਾ ਵੱਢਿਆ ਨਹੀਂ, ਕਾਂਗਰਸ ਦੇ ਵੀ ਜੋ ਆਪਣਾ ਵਿਕਾਸ ਸੀ ਉਹ ਵੋਟਾਂ 'ਤੇ ਹੀ ਮਿਲਿਆ ਹੈ। ਜ਼ਮੀਨੀ ਪੱਧਰ 'ਤੇ ਉਹਨਾਂ ਦਾ ਕੋਈ ਨਾ ਵਿਕਾਸ ਸੀਗਾ ਅਤੇ ਲੋਕਾਂ ਨੂੰ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਇਹ ਨਤੀਜਾ ਮਿਲਿਆ ਹੈ। ਕਿਵੇਂ ਦੇਖਦੇ ਹੋ ਜਿਹੜੀ ਪੰਥਕ ਪਾਰਟੀ ਆ ਅਕਾਲੀ ਦਲ, ਸਿਰਫ 3 ਸੀਟਾਂ ਆਈਆਂ ਪੰਜਾਬ? ਦੇਖੋ ਜੀ, ਅਗਰ ਪੰਥ ਨੂੰ ਸਾਂਭਿਆ ਹੁੰਦਾ ਤਾਂ ਲੋਕ ਜ਼ਰੂਰ ਸਾਥ ਦਿੰਦੇ, ਕਿਉਂਕਿ ਪਹਿਲਾਂ ਵੀ ਕਈ ਆਪਾਂ ਕੱਟੜ ਕਹਿੰਦੇ ਅਕਾਲੀ ਦਲ, ਉਹ ਵੀ ਐਤਕੀ ਆਮ ਆਦਮੀ ਵੱਲ ਝੁਕੇ ਨੇ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਨਾਲ ਬੇਅਦਬੀ ਕਰਵਾਈ ਹੈ ਜਾਂ ਕਰੀ ਹੈ, ਉਹਦੇ ਪਿੱਛੇ ਤਾਂ ਪਤਾ ਨਹੀਂ ਕਿਹਨੇ ਕਰਵਾਈ ਹੈ ਕਰੀ ਹੈ, ਮਤਲਬ ਨਾਮ ਉਹਨਾਂ ਦਾ ਅੱਗੇ ਆਉਂਦਾ ਰਿਹਾ, ਕਿਉਂਕਿ ਉਹਨਾਂ ਨੇ ਨਾ ਕੋਈ ਐਕਸ਼ਨ ਲਿਆ ਆਪਣੀ ਸਰਕਾਰ ਦੇ ਵੇਲੇ ਅਤੇ ਨਾ ਹੀ ਉਹਨਾਂ ਨੇ ਕੋਈ ਇੱਦਾਂ ਦਾ ਮੁੱਦਾ ਚੱਕਣ ਦੀ ਕੋਸ਼ਿਸ਼ ਕਰੀ ਹੈ ਵੀ ਅਸੀਂ ਦੋਸ਼ੀਆਂ ਨੂੰ ਸਜ਼ਾ ਦਵਾ ਸਕੀਏ। ਉਧਰ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਦੇ ਵਿੱਚ ਹਾਰ ਦੇ ਕਾਰਨਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਹੋਰ ਵੀ ਮੁੱਦਿਆਂ ਦੇ ਉੱਪਰ ਅਹਿਮ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਹੈ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।